ਬਾਏ ਦਾ ਪੂਅਰ। ਸੋ ਇਸ ਆਬਜੈਕਟਿਵ ਨੂੰ ਅਚੀਵ ਕਰਨ ਵਾਸਤੇ ਗਵਰਨਮੈਂਟ ਹੈ ਜਿਹੜੀ ਉਹ ਟੈਕਸਿਸ ਲਾਉਂਦੀ ਹੈ ਔਨ ਦ ਗੁੱਡਸ ਕੰਜ਼ਿਊਮਡ ਬਾਏ ਦ ਰਿਚ, ਅਤੇ ਫਿਰ ਇਸ ਦੇ ਨਾਲ ਪ੍ਰਾਈਸਿਸ ਨੂੰ ਵਧਾ ਦਿੰਦੀ ਹੈ ਜਿਹਦੇ ਨਾਲ ਫਾਲ ਇਨ ਡਿਮਾਂਡ ਹੁੰਦੀ ਹੈ। ਸੋ ਜਦੋਂ ਅਸੀਂ ਕੰਟਰੇਰੀ ਟੂ ਇਟ, ਜੇ ਅਸੀਂ ਪ੍ਰੋਡਕਸ਼ਨ ਆਫ ਗੁੱਡਸ ਜਿਹੜੀਆਂ ਪੂਅਰ ਗੁੱਡਸ ਪ੍ਰੋਡਿਊਸ ਕਰਦੇ ਨੇ, ਜੇ ਉਹਨਾਂ ਦੀ ਜਿਹੜੀ ਕੰਜ਼ੰਪਸ਼ਨ ਹੈ ਜਾਂ ਜਿਹੜੀ ਉਹਨਾਂ ਦੀ ਪ੍ਰੋਡਕਸ਼ਨ ਹੈ ਉਸਨੂੰ ਇਨਕਰੇਜ ਕਰਾਂਗੇ ਬਾਈ ਗਿਵਿੰਗ ਸਬਸਿਡੀਜ਼ ਟੂ ਦਾ ਪ੍ਰੋਡਿਊਸਰ, ਤਾਂ ਫਾਲ ਇਨ ਪ੍ਰਾਈਸਿਸ ਹੋਊਗਾ ਅਤੇ ਰਾਈਜ਼ ਡਿਮਾਂਡ ਹੋ ਜੂਗੀ, ਡਿਮਾਂਡ ਇਨ ਰਾਈਜ਼ ਵਿਲ ਬੀ ਦੇਅਰ। ਸੋ ਪਲੈਨਿੰਗ ਬਾਈ ਇੰਡਿਊਸਮੈਂਟ ਦੇ ਵਿੱਚ ਮੋਨੀਟਰੀ ਅਤੇ ਫਿਸਕਲ ਪਾਲਿਸੀਜ਼ ਨੇ ਜਿਹੜੀਆਂ ਉਹ ਆਪਣਾ ਰੋਲ ਪਲੇ ਕਰਦੀਆਂ। ਲਿਮਿਟੇਸ਼ਨਸ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਤੁਹਾਨੂੰ ਬੇਟਾ 2 ਨੰਬਰ ਦਾ ਕੁਐਸਚਨ ਆਉਣਾ, ਤੁਸੀਂ ਸਿਰਫ ਇਹੀ ਦੱਸਣਾ ਹੋਗਾ ਕਿ ਪਲੈਨਿੰਗ ਬਾਈ ਇੰਡਿਊਸਮੈਂਟ ਕੀ ਹੈ ਅਤੇ ਡਾਇਰੈਕਸ਼ਨ ਕੀ ਹੈ। ਡਾਇਰੈਕਸ਼ਨ ਹੁੰਦਾ ਹੈ ਆਰਡਰ 'ਤੇ, ਇੰਡਿਊਸਮੈਂਟ ਤਾਂ ਹੁੰਦਾ ਨਾ ਕਿ ਤੁਹਾਨੂੰ ਕੋਈ ਨਾ ਕੋਈ ਲਾਲਚ ਦੇ ਕੇ ਕਰਨਾ, ਡਾਇਰੈਕਸ਼ਨ ਹੁੰਦਾ ਹੈ ਤੁਹਾਨੂੰ ਕਮਾਂਡ ਦੇਣੀ, ਠੀਕ ਹੈ। ਪਲੈਨਿੰਗ ਬਾਈ ਡਾਇਰੈਕਸ਼ਨ ਇੰਪਲਾਈਜ਼ ਅ ਸਿਸਟਮ ਜਿੱਥੇ ਪਲੈਨਿੰਗ ਹੈ ਜਿਹੜੀ ਉਹ ਕਮਾਂਡ, ਡਾਇਰੈਕਟ ਆਰਡਰ, ਇੰਸਟਰਕਸ਼ਨ ਦੇ ਨਾਲ ਕੀਤੀ ਜਾਂਦੀ ਹੈ। ਇੱਕ ਸੈਂਟਰਲ ਪਲੈਨਿੰਗ ਕਮੇਟੀ ਹੈ ਜਿਹੜੀ ਉਹ ਇਸ ਟਾਈਪ ਦੀ ਕਮੇਟੀ ਦੇ ਵਿੱਚ ਇਸ ਟਾਈਪ ਦੀ ਪਲੈਨਿੰਗ ਦੇ ਵਿੱਚ ਹੁੰਦੀ ਹੈ, ਜਿੱਥੇ ਮੀਨਸ ਆਫ ਪ੍ਰੋਡਕਸ਼ਨ ਨੇ ਸਰਕਾਰ ਦੇ ਹੁੰਦੇ ਨੇ। ਜਿੰਨੇ ਵੀ ਡਿਸੀਜਨ ਰਿਲੇਟਿੰਗ ਟੂ ਇਕਨੋਮਿਕ ਐਕਟੀਵਿਟੀ ਲਾਈਕ ਪ੍ਰੋਡਕਸ਼ਨ, ਕੰਜ਼ੰਪਸ਼ਨ, ਐਕਸਚੇਂਜ, ਡਿਸਟਰੀਬਿਊਸ਼ਨ ਸੈਂਟਰਲ ਪਲੈਨਿੰਗ ਕਮੇਟੀ ਲੈਂਦੀ ਹੈ। ਮਤਲਬ ਉਹੀ ਸੋਚਦੀ ਹੈ ਕਿ ਵਟ ਟੂ ਪ੍ਰੋਡਿਊਸ, ਵੈਨ ਟੂ ਪ੍ਰੋਡਿਊਸ, ਹਾਊ ਮਚ ਟੂ ਪ੍ਰੋਡਿਊਸ, ਫॉर whom ਟੂ ਪ੍ਰੋਡਿਊਸ, ਸਾਰਾ ਕੁਝ ਉਹੀ ਲੈਂਦੀ ਹੈ। ਸਾਰੀਆਂ ਜਿਹੜੀਆਂ ਡਾਇਰੈਕਸ਼ਨਸ ਨੇ ਉਹਨਾਂ ਦੀਆਂ ਚੱਲਦੀਆਂ ਨੇ, ਵਟ ਟੂ ਡੂ ਐਂਡ ਵਟ ਨਾਟ ਟੂ ਡੂ। ਇਹ ਜੀ ਪਲੈਨਿੰਗ ਮੋਸਟਲੀ ਕਮਿਊਨਿਸਟ ਕੰਟਰੀ ਲਾਈਕ ਚਾਈਨਾ ਦੇ ਵਿੱਚ ਪਾਈ ਜਾਂਦੀ ਹੈ। ਡੈਮੋਕ੍ਰੈਟਿਕ ਕੰਟਰੀ ਲਾਈਕ ਇੰਡੀਆ ਦੇ ਵਿੱਚ ਪਲੈਨਿੰਗ ਬਾਈ ਇੰਡਿਊਸਮੈਂਟ ਹੀ ਚੱਲਦੀ ਹੈ। ਨੈਕਸਟ ਹੈ ਬੇਟਾ ਪ੍ਰੋਸਪੈਕਟਿਵ ਅਤੇ ਪਰਸਪੈਕਟਿਵ ਪਲੈਨਿੰਗ। ਪ੍ਰੋਸਪੈਕਟਿਵ ਪਲੈਨਿੰਗ ਹੁੰਦੀ ਸ਼ਾਰਟ ਟਰਮ ਦੀ ਪਲੈਨਿੰਗ। ਇਸ ਪਲੈਨਿੰਗ ਦੇ ਵਿੱਚ ਜਿਹੜਾ ਨੀਅਰ ਫਿਊਚਰ ਹੈ, ਆਉਣ ਵਾਲਾ ਜਿਹੜਾ ਨੇੜੇ ਦਾ ਹੀ ਹੈ, ਮਤਲਬ ਸਾਲ ਕੁ ਤੱਕ ਦੀ ਪਲੈਨਿੰਗ ਹੈ ਤੁਸੀਂ ਕਰਦੇ ਹੋ। ਪਰਸਪੈਕਟਿਵ ਪਲੈਨਿੰਗ ਹੁੰਦੀ ਲੌਂਗ ਟਰਮ ਦੀ ਪਲੈਨਿੰਗ। ਇਹਦੇ ਵਿੱਚ ਸ਼ਾਰਟ ਟਰਮ ਦੇ ਪਲਾਨਸ ਜੁੜੇ ਹੋਏ ਹੁੰਦੇ ਨੇ, ਠੀਕ ਹੈ। ਜੇ ਮੈਂ ਇੱਕ ਸਾਲ ਕਹਾਂ ਤਾਂ 1 ਸਾਲ ਦੇ ਵਿੱਚ 2 ਮਹੀਨੇ ਜੁੜੇ ਹੀ ਹੋਏ ਨੇ ਨਾ। ਸੋ ਜਿੰਨੇ ਵੀ ਸਾਡੇ 5 ਈਅਰ ਪਲਾਨਸ ਬਣਦੇ ਨੇ, ਫਸਟ 5 ਈਅਰ ਪਲਾਨ ਬਣਿਆ, ਸੈਕਿੰਡ ਬਣਿਆ, ਫਿਰ ਉਸ ਤੋਂ ਬਾਅਦ ਇਹ ਸਾਰੇ ਪਲਾਨਸ ਨੇ ਜਿਹੜੇ ਪਰਸਪੈਕਟਿਵ ਪਲੈਨਿੰਗ ਦੇ ਅੰਡਰ ਹੀ ਆਉਂਦੇ ਨੇ। ਬਸ ਇੰਨਾ ਨਹੀਂ ਲਿਖਣਾ ਹੋਊਗਾ ਤੁਸੀਂ। ਨੈਕਸਟ ਹੈ ਬੇਟਾ ਡੈਮੋਕ੍ਰੈਟਿਕ ਪਲੈਨਿੰਗ। ਡੈਮੋਕ੍ਰੈਟਿਕ ਪਲੈਨਿੰਗ ਉਹ ਪਲੈਨਿੰਗ ਜਿਹੜਾ ਪਲਾਨ ਹੈ ਲੋਕਾਂ ਦੀ ਜਿਹੜੀ ਕੰਸੈਂਟ ਦੇ ਨਾਲ ਬਣਾਇਆ ਜਾਂਦਾ ਹੈ। ਇਸ ਪਲੈਨਿੰਗ ਦੇ ਵਿੱਚ ਜਿਹੜੀ ਲੋਕਾਂ ਦੀ ਫੁੱਲ ਸਪੋਰਟ ਅਤੇ ਕੋਪਰੇਸ਼ਨ ਹੁੰਦੀ ਹੈ। ਕਿਸੇ ਵੀ ਸਟੇਜ ਆਫ ਪਲੈਨਿੰਗ ਦੇ ਉੱਤੇ ਕੋਈ ਵੀ ਪ੍ਰੈਸ਼ਰ ਹੈ ਜਿਹੜਾ ਉਹ ਸਰਕਾਰ ਦੇ ਉੱਤੇ ਨਹੀਂ ਲਾਇਆ ਜਾਂਦਾ। ਇੰਡੀਆ ਦੇ ਵਿੱਚ ਸਾਡੇ ਕੋਲ ਡੈਮੋਕ੍ਰੈਟਿਕ ਫਾਰਮ ਆਫ ਪਲੈਨਿੰਗ ਹੁੰਦੀ ਹੈ। ਲੋਕਾਂ ਦੀ ਕੋਪਰੇਸ਼ਨ, ਮਿਊਚੁਅਲ ਕੰਸਲਟੇਸ਼ਨ ਨੇ ਜਿਹੜੀਆਂ ਇੱਥੇ ਆਪਣਾ ਪਾਰਟ ਪਲੇ ਕਰਦੀਆਂ ਨੇ। ਸੋ ਕੋਈ ਵੀ ਪਲਾਨ ਬਣਾਉਂਦਿਆਂ ਹੋਇਆ ਲੋਕਾਂ ਦੀਆਂ ਡਿਜ਼ਾਇਰ, ਐਸਪੀਰੇਸ਼ਨਸ ਨੇ ਉਹਨਾਂ ਨੂੰ ਬਹੁਤ ਧਿਆਨ 'ਚ ਰੱਖਿਆ ਜਾਂਦਾ ਹੈ। ਐਟ ਦੀ ਟਾਈਮ ਆਫ ਫਰੇਮਿੰਗ ਸੈਂਟਰਲ, ਪ੍ਰੋਵਿੰਸ਼ੀਅਲ ਅਤੇ ਡਿਸਟ੍ਰਿਕਟ ਲੈਵਲ ਪਲਾਨਸ ਲੋਕਲ ਰਿਸੋਰਸਿਸ ਨੂੰ ਧਿਆਨ ਵਿੱਚ ਰੱਖ ਕੇ ਲੋਕਾਂ ਨੂੰ ਕੰਸਲਟ ਕਰਕੇ ਹੀ ਜਿਹੜੇ ਸਾਰੇ ਪਲਾਨ ਬਣਾਏ ਜਾਂਦੇ ਨੇ। ਸਟੈਂਡਰਡ ਆਫ ਲਿਵਿੰਗ ਆਫ ਪੀਪਲ, ਇਕਨੋਮਿਕ ਵੈਲਬੀਇੰਗ ਹੈ ਜਿਹੜੀ ਉਹਨੂੰ ਥੱਲੇ ਨਹੀਂ ਜਾਣ ਦਿੱਤਾ ਜਾਂਦਾ। ਐਫਰਟਸ ਕੀਤੇ ਜਾਂਦੇ ਨੇ ਕਿ ਲੋਕਾਂ ਦਾ ਜਿਹੜਾ ਸਟੈਂਡਰਡ ਆਫ ਲਿਵਿੰਗ ਅਤੇ ਜਿਹੜਾ ਉਹਨਾਂ ਦਾ ਪ੍ਰੀਵੀਅਸ ਲੈਵਲ ਆਫ ਇਨਕਮ ਹੈ ਉਹ ਉੱਥੇ ਹੀ ਰੱਖਿਆ ਜਾਵੇ। ਇਕਨੋਮਿਕ ਪਲੈਨਿੰਗ ਦੇ ਜਿਹੜੇ ਟਾਰਗੇਟਸ ਨੇ ਉਹਨਾਂ ਨੂੰ ਲੋਕਾਂ ਦੀਆਂ ਜ਼ਰੂਰਤਾਂ ਦੇ ਅਕੋਰਡਿੰਗ ਹੀ ਫਰੇਮ ਕੀਤਾ ਜਾਂਦਾ ਹੈ। ਸੋ ਡੈਮੋਕ੍ਰੈਟਿਕ ਪਲੈਨਿੰਗ ਕੀ ਹੈ? ਇੱਕ ਫਲੈਕਸੀਬਲ ਪਲੈਨਿੰਗ ਹੈ। ਨੈਕਸਟ ਹੈ ਟੋਟੈਲੀਟੇਰੀਅਨ ਔਰ ਕਮਿਊਨਿਸਟ ਪਲੈਨਿੰਗ। ਕਮਿਊਨਿਸਟ ਪਲੈਨਿੰਗ ਜਾਂ ਟੋਟੈਲੀਟੇਰੀਅਨ ਪਲੈਨਿੰਗ ਹੁੰਦੀ ਹੈ। ਇਹਦੇ ਵਿੱਚ ਜਿਹੜੀ ਇੱਕ ਸੈਂਟਰਲ ਪਲੈਨਿੰਗ ਅਥਾਰਟੀ ਹੁੰਦੀ ਹੈ ਉਹ ਪਲੈਨਸ ਨੂੰ ਸਾਰੀ ਇਕੋਨਮੀ ਵਾਸਤੇ ਪ੍ਰੀਪੇਅਰ ਕਰਦੀ ਹੈ। ਜਿੰਨੀਆਂ ਵੀ ਹੈਵੀ ਅਤੇ ਬੇਸਿਕ ਇੰਡਸਟਰੀਜ਼ ਨੇ ਉਹਨਾਂ ਨੂੰ ਪਬਲਿਕ ਸੈਕਟਰ ਦੇ ਅੰਡਰ ਰੱਖਿਆ ਜਾਂਦਾ ਹੈ। ਫਰੀਡਮ ਹੈ ਜਿਹੜੀ ਉਹ ਸਿਰਫ ਰੈਸ਼ਨਿੰਗ ਅਤੇ ਡਿਸਟਰੀਬਿਊਸ਼ਨ ਸਿਸਟਮ ਤੱਕ ਹੀ ਰੱਖੀ ਜਾਂਦੀ ਹੈ। ਪ੍ਰਾਈਸ ਮੈਕੈਨਿਜ਼ਮ ਅਤੇ ਪ੍ਰੋਫਿਟ ਮੋਟਿਵ ਨੇ ਜਿਹੜੇ ਉਹ ਇੰਨਾ ਰੋਲ ਪਲੇ ਨਹੀਂ ਕਰਦੇ। ਕੈਪੀਟਲਿਸਟ ਪਲੈਨਿੰਗ ਦੇ ਵਿੱਚ ਸਾਰੀ ਇਕਨੋਮਿਕ ਐਕਟੀਵਿਟੀਜ਼ ਨੇ ਇੱਕੋ ਹੀ ਪਲਾਨ ਦੇ ਅੰਡਰ ਉਹਨਾਂ ਨੂੰ ਸੋਚਿਆ ਜਾਂਦਾ ਹੈ। ਇਹ ਜਿਹੀ ਪਲੈਨਿੰਗ ਕਮਿਊਨਿਸਟ ਕੰਟਰੀ ਲਾਈਕ ਕਿਊਬਾ ਅਤੇ ਚਾਈਨਾ ਦੇ ਵਿੱਚ ਪਾਈ ਜਾਂਦੀ ਹੈ। ਨੈਕਸਟ ਹੈ ਬੇਟਾ ਇੰਡੀਕੇਟਿਵ ਪਲੈਨਿੰਗ। ਇਹ ਪਲੈਨਿੰਗ ਸਭ ਤੋਂ ਪਹਿਲਾਂ ਫਰਾਂਸ ਵਿੱਚ ਆਈ ਸੀ। ਇਹਦਾ ਮੇਨ ਪ੍ਰਿੰਸੀਪਲ ਸੀ ਡੀਸੈਂਟਰਲਾਈਜੇਸ਼ਨ। ਡੀਸੈਂਟਰਲਾਈਜੇਸ਼ਨ ਦਾ ਮਤਲਬ ਹੁੰਦਾ ਕਿਸੇ ਨੂੰ ਆਪਣੇ ਪਰਸਨਲ ਜਾਂ ਆਪਣੇ ਮੋਟਿਵਸ ਵਾਸਤੇ ਇਨਫਲੂਐਂਸ ਕਰਨਾ। ਮਾਰਕੀਟ ਨੂੰ ਮੈਨੀਪੂਲੇਟ ਕੀਤਾ ਜਾਂਦਾ ਹੈ, ਉਹਨੂੰ ਇਨਸੈਂਟਿਵ ਅਤੇ ਇੰਡਿਊਸਮੈਂਟ ਦੇਣ ਵਾਸਤੇ ਪਰਸੂਏਟ ਕੀਤਾ ਜਾਂਦਾ ਹੈ ਰਾਦਰ ਦੈਨ ਕੰਪਲਸ਼ਨ ਔਰ ਡੈਲੀਬਰੇਟ ਇਨਫੋਰਸਮੈਂਟ ਆਫ ਆਰਡਰਸ। ਮਤਲਬ ਕੋਈ ਚੀਜ਼ ਥੋਪੀ ਨਹੀਂ ਜਾਂਦੀ, ਤੁਹਾਨੂੰ ਪਰਸੂਏਟ ਕੀਤਾ ਜਾਂਦਾ। ਤੁਹਾਡੇ ਸਾਹਮਣੇ ਉਹ ਚੀਜ਼ਾਂ ਰੱਖ ਦਿੱਤੀਆਂ ਜਾਂਦੀਆਂ, ਤੁਸੀਂ ਆਪਣੇ ਆਪ ਉਹਨਾਂ ਨੂੰ ਲਓਗੇ। ਇਹ ਪਲੈਨਿੰਗ ਹੈ ਜਿਹੜੀ ਇਹ ਫਲੈਕਸੀਬਲ ਹੁੰਦੀ ਹੈ। ਇੰਡੀਕੇਟਿਵ ਪਲੈਨਿੰਗ ਦੇ ਵਿੱਚ ਪ੍ਰਾਈਵੇਟ ਸੈਕਟਰ ਹੈ ਨਾ ਹੀ ਬਹੁਤ ਜ਼ਿਆਦਾ ਉਹ ਕੰਟਰੋਲ ਕਰਦਾ ਹੈ ਅਤੇ ਨਾ ਹੀ ਉਹ ਬਹੁਤ ਆਪਣੀ ਮਰਜ਼ੀ ਦੇ ਨਾਲ ਚੱਲਦਾ ਹੈ। ਇੱਥੇ ਧਿਆਨ ਵਿੱਚ ਰੱਖਿਆ ਜਾਂਦਾ ਹੈ ਕਿ ਪ੍ਰਾਈਵੇਟ ਸੈਕਟਰ ਹੈ ਜਿਹੜਾ ਉਹ ਜਿੰਨੇ ਵੀ ਸਾਰੇ ਟਾਰਗੇਟਸ ਨੇ ਇਕਨੋਮਿਕ ਪਲੈਨਿੰਗ ਦੇ ਉਹਨਾਂ ਨੂੰ ਪੂਰਾ ਕਰੂਗਾ। ਸੋ ਜਿਹੜਾ ਗਵਰਨਮੈਂਟ ਹੈ ਉਹ ਸਾਰੇ ਤਰ੍ਹਾਂ ਦੀਆਂ ਫੈਸਿਲਿਟੀਜ਼ ਪ੍ਰਾਈਵੇਟ ਸੈਕਟਰ ਨੂੰ ਦਿੰਦਾ ਹੈ, ਪਰ ਉਹਨੂੰ ਡਾਇਰੈਕਟ ਨਹੀਂ ਕਰਦਾ ਕਿ ਉਹਨਾਂ ਨੂੰ ਇੰਪਲੀਮੈਂਟ ਕਰਨਾ ਹੈ।
ਇੰਡੀਆ ਦੇ ਵਿੱਚ ਇੰਡੀਕੇਟਿਵ ਪਲੈਨਿੰਗ ਹੈ 8th ਪਲਾਨ ਤੋਂ ਸ਼ੁਰੂ ਹੋ ਗਈ ਸੀ। ਇਹਦੇ ਵਿੱਚ ਜਿਹੜੀ ਇਕੋਨਮੀਜ਼ ਨੇ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਦਾ ਜਿਹੜਾ, ਕਿਉਂਕਿ 1991 ਦੇ ਵਿੱਚ ਬੇਟਾ ਨਿਊ ਇੰਡਸਟਰੀਅਲ ਪੋਲਿਸੀ ਆਈ ਸੀ, ਠੀਕ ਹੈ, ਤਾਂ ਉਹ ਪੋਲਿਸੀ ਸੀ ਸਾਰੀ ਜਿਹੜੀ ਉਹ LPG ਦੇ ਉੱਤੇ ਬੇਸਡ ਸੀ। LPG ਲਿਕੁਇਡਫਾਈਡ ਪੈਟਰੋਲੀਅਮ ਗੈਸ ਨਹੀਂ ਹੈਗੀ, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਅਤੇ ਗਲੋਬਲਾਈਜੇਸ਼ਨ, ਠੀਕ ਹੈ। ਤਾਂ ਜਿਹੜੀਆਂ ਸਟੇਟਸ ਨੇ ਉਹ ਫੈਸਿਲੀਟੇਟਰ ਦੇ ਰੋਲ ਤੋਂ, ਜਿਹੜਾ ਫੈਸਿਲੀਟੇਟਰ ਹਮੇਸ਼ਾ ਤੁਹਾਡੀ ਹੈਲਪ ਕਰਦਾ ਹੈ, ਕੰਟਰੋਲਰ ਅਤੇ ਰੈਗੂਲੇਟਰ ਦਾ ਰੋਲ ਹੈ ਜਿਹੜਾ ਉਹ ਅਚੀਵ ਕਰ ਲਿਆ ਸੀ। ਨੈਕਸਟ ਹੈ ਬੇਟਾ ਇੰਪੈਰੇਟਿਵ ਪਲੈਨਿੰਗ। ਇੰਪੈਰੇਟਿਵ ਪਲੈਨਿੰਗ ਜਿੱਥੇ ਪਲਾਨਸ ਨੇ ਜਿਹੜੇ ਉਹ ਫਾਰਮੂਲੇਟ ਅਤੇ ਇੰਪਲੀਮੈਂਟ ਕੀਤੇ ਜਾਂਦੇ ਨੇ ਸੈਂਟਰਲ ਪਲੈਨਿੰਗ ਅਥਾਰਟੀ ਦੇ ਵਿੱਚ। ਇਹਦੇ ਵਿੱਚ ਕੰਪਲੀਟ ਕੰਟਰੋਲ ਓਵਰ ਦਾ ਰਿਸੋਰਸਿਸ ਹੈ ਜਿਹੜਾ ਉਹ ਸਟੇਟ ਦਾ ਹੀ ਹੁੰਦਾ ਹੈ। ਸਾਰੀਆਂ ਇਕਨੋਮਿਕ ਐਕਟੀਵਿਟੀਜ਼ ਨੇ ਉਹ ਸਟੇਟ ਦੇ ਡਾਇਰੈਕਸ਼ਨਸ ਦੇ ਅੰਡਰ ਹੀ ਚੱਲਦੀਆਂ ਨੇ। ਕੰਜ਼ਿਊਮਰ ਸਵਰਨਟੀ ਹੈ ਜਿਹੜੀ ਉਹ ਨਹੀਂ ਹੁੰਦੀ। ਇਸ ਟਾਈਪ ਦੀ ਪਲੈਨਿੰਗ ਹੈ ਜਿਹੜੀ ਉਹ ਪੋਪੂਲਰਲੀ ਸੋਸ਼ਲਿਸਟ ਕੰਟਰੀਜ਼ ਦੇ ਵਿੱਚ ਹੀ ਪਾਈ ਜਾਂਦੀ ਹੈ। ਬਸ ਬੇਟਾ ਇਸ ਤੋਂ ਬਾਅਦ ਆ ਸ਼ਾਰਟ ਨੋਟ ਨੇ ਸਾਰੇ, ਉਹੀ ਸਾਰੀਆਂ ਜਿਹੜੀਆਂ ਟਾਈਪਸ ਆਫ ਪਲੈਨਿੰਗ ਉਹਦੇ ਉੱਤੇ ਹੀ ਕੁਐਸਚਨ ਪੁੱਛੇ ਗਏ ਨੇ। ਲੌਂਗ ਕੁਐਸਚਨ, ਰੋਲ ਆਫ ਪਲੈਨਿੰਗ ਇਨ ਅੰਡਰ ਡਿਵੈਲਪਡ ਇਕੋਨਮੀਜ਼, ਠੀਕ ਹੈ। ਹੁਣ ਇਹਦੇ 'ਚ ਤੁਸੀਂ ਲਿਖਣਾ ਕੀ ਹੈ, ਜਦੋਂ ਰੋਲ ਆਫ ਪਲੈਨਿੰਗ ਦਾ ਦੇਖੋ ਮੀਨਿੰਗ ਆ ਜਾਊਗਾ, ਫੀਚਰਸ ਆ ਜਾਣਗੇ, ਠੀਕ ਹੈ। ਜੇ ਆਬਜੈਕਟਿਵ ਪੁੱਛ ਲਏ ਤਾਂ ਆਬਜੈਕਟਿਵ ਆ ਗਏ, ਠੀਕ ਹੈ। ਆ ਪ੍ਰੋਸੈਸ ਆਫ ਪਲੈਨਿੰਗ ਹੈ ਨਾ ਜਿਹੜਾ ਬੇਟਾ, ਇਹਨੂੰ ਉੱਪਰ ਮੀਨਿੰਗ 'ਚ ਲੈ ਜਾਣਾ ਤੁਸੀਂ, ਠੀਕ ਹੈ। ਆ ਪ੍ਰੀ ਰੈਕੁਜ਼ਿਟਸ ਆਫ ਸਕਸੈਸਫੁਲ ਪਲੈਨਿੰਗ ਆ ਗਏ ਨੇ। ਫਿਰ ਆਹ ਪ੍ਰਾਇਓਰਿਟੀਜ਼ ਅੰਡਰ, ਇਹ ਵੈਸੇ ਘੱਟ ਹੀ ਆਉਂਦਾ ਪ੍ਰਾਇਓਰਿਟੀ। ਆਹ ਹੋ ਗਈ ਸਟ੍ਰੈਟੇਜੀ ਕਿ ਇੱਕ ਡਿਵੈਲਪਮੈਂਟ ਪਲਾਨ ਦੇ ਵਿੱਚ ਤੁਸੀਂ ਕੀ ਰੋਲ ਜਿਹੜਾ ਹੈ ਅਪਣਾਉਣਾ ਹੈ। ਫਿਰ ਐਡਵਾਂਟੇਜਸ ਅਤੇ ਡਿਸਐਡਵਾਂਟੇਜਸ। ਆਹ ਹੋ ਗਈ ਨੀਡ ਔਰ ਰੋਲ, ਠੀਕ ਹੈ। ਨੀਡ ਆਫ ਪਲੈਨਿੰਗ, ਪ੍ਰੋਬਲਮ, ਅਤੇ ਫਿਰ ਆ ਜਾਂਦੀਆਂ ਤੁਹਾਡੀਆਂ ਟਾਈਪਸ ਆਫ ਪਲੈਨਿੰਗ ਇਹਦੇ ਵਿੱਚ, ਠੀਕ ਹੈ। ਸੋ ਬੇਟਾ ਪ੍ਰੋਪਰਲੀ ਇਸ ਚੈਪਟਰ ਨੂੰ ਪੜ੍ਹ ਲੈਣਾ ਹੈ। ਈਜ਼ੀ ਚੈਪਟਰ ਹੈ, ਕੋਈ ਖਾਸ ਮੁਸ਼ਕਿਲ ਨਹੀਂ ਹੈ, ਠੀਕ ਹੈ। ਸੰਡੇ ਤੁਹਾਡੇ ਕੋਲ ਹੁਣ ਜਿਹੜਾ ਹੈ ਉਹ ਅੱਜ ਮੰਡੇ ਹੈ ਸੌਰੀ, ਅਤੇ ਤੁਸੀਂ ਹੁਣ ਇਹਨੂੰ ਜਿਹੜਾ ਹੈ ਕੰਪਲੀਟ ਕਰ ਲੈਣਾ ਹੈ ਆਪਣਾ ਵੈਨਸਡੇ ਤੱਕ, ਠੀਕ ਹੈ। 2 ਦਿਨ ਤੁਹਾਨੂੰ ਦਿੱਤੇ ਨੇ। ਇਨ ਬਿਟਵੀਨ ਮੈਂ ਤੁਹਾਡਾ ਮੰਡੇ ਸ਼ਾਇਦ ਆਫ ਕਰਕੇ, ਟਿਊਜ਼ਡੇ ਆਫ ਕਰਕੇ ਤੁਹਾਡਾ ਜਿਹੜਾ ਹੈ ਤੁਹਾਨੂੰ 1 ਦਿਨ ਦੇ ਦਾਂ ਕਿ ਤੁਸੀਂ ਆਪਣਾ ਸਾਰਾ ਜਿਹੜਾ ਪਿਛਲਾ ਕੰਮ ਹੈ ਉਸਨੂੰ ਕਰ ਲਓ। ਸੋ ਬੇਟਾ ਟਿਲ ਦੈਨ ਗੁੱਡ ਬਾਏ, ਹੈਵ ਅ ਨਾਈਸ ਟਾਈਮ।